हाँ जी बेटा। नैक्सट चैप्टर 10 ट्रेनिंग एंड डोपिंग इन स्पोर्ट्स। ट्रेनिंग ਹੁੰਦਾ ਵਾ ਆਪਾਂ ਕਿਸੇ ਚੀਜ਼ ਦੀ ਪ੍ਰੈਕਟਿਸ ਕਰਨਾ, ਅਤੇ ਡੋਪਿੰਗ ਹੁੰਦਾ ਵਾ ਕੋਈ ਇਹੋ ਜਿਹੇ ਪਦਾਰਥ ਲੈਣੇ ਜਿਹਦੇ ਨਾਲ ਆਪਣੀ ਪਰਫਾਰਮੈਂਸ ਵੱਧ ਸਕੇ, ਜਿਵੇਂ ਡਰੱਗਸ ਹੋ ਗਈਆਂ। ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਆ ਜੀ ਇੰਟਰੋਡਕਸ਼ਨ। ਹਰ ਐਕਟੀਵਿਟੀ ਲਈ ਸਪੈਸੀਫਿਕ ਟਾਈਪ ਦੇ ਫਿਜ਼ੀਕਲ ਫਿਟਨੈਸ ਦੇ ਕੰਪੋਨੈਂਟਸ ਦੀ ਜ਼ਰੂਰਤ ਹੁੰਦੀ ਹੈ, ਅਤੇ ਇਹਨਾਂ ਕੰਪੋਨੈਂਟ ਨੂੰ ਇੰਪਰੂਵ ਕਰਨ ਲਈ ਸਪੈਸੀਫਿਕ ਟਾਈਪ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ। ਟ੍ਰੇਨਿੰਗ ਪ੍ਰੋਸੈਸ ਪ੍ਰੋਗਰਾਮ ਨੂੰ ਸਪੋਰਟਸ ਟ੍ਰੇਨਿੰਗ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਸਾਇੰਸ ਦੀ ਬ੍ਰਾਂਚ ਹੈ ਜੋ ਸਪੋਰਟਸ ਪਰਫਾਰਮੈਂਸ ਨੂੰ ਇਨਕਰੀਜ਼ ਕਰਨ ਵਿੱਚ ਹੈਲਪ ਕਰਦੀ ਹੈ। ਇਸ ਦੀਆਂ ਵੇਰੀਅਸ ਟਾਈਪਸ ਹਨ, ਜਿਸ ਨਾਲ ਫਿਜ਼ੀਕਲ ਫਿਟਨੈਸ ਨੂੰ ਡਿਵੈਲਪ ਕਰਕੇ ਪਰਫਾਰਮੈਂਸ ਨੂੰ ਇੰਪਰੂਵ ਕਰਨ ਲਈ ਟ੍ਰੇਨਿੰਗ ਮੈਥਡ ਦੇ ਨਾਲ ਯੂਜ਼ ਕੀਤਾ ਜਾਂਦਾ। ਇਹ ਸਾਨੂੰ ਫਿਜ਼ੀਕਲ ਐਕਟੀਵਿਟੀ ਕਰਨ ਲਈ ਕਰੈਕਟ ਮੈਥਡ ਦੀ ਅਗਵਾਈ ਕਰਦਾ ਹੈ, ਮਤਲਬ ਕਿ ਆਪਾਂ ਨੂੰ ਸਹੀ ਮੈਥਡ ਦੱਸਦਾ ਵਾ ਵੀ ਆਪਾਂ ਕਿਹੜੀਆਂ ਫਿਜ਼ੀਕਲ ਐਕਟੀਵਿਟੀਜ਼ ਕਰਨੀਆਂ। ਸਪੋਰਟਸ ਟ੍ਰੇਨਿੰਗ ਦੇ ਪ੍ਰੋਗਰਾਮ ਵਿੱਚ ਪ੍ਰੀਵੈਂਟਿਵ, ਸੇਫ ਐਂਡ ਕਰੈਕਟ ਵੇ ਬਾਰੇ ਗਾਈਡ ਕੀਤਾ ਜਾਂਦਾ ਹੈ। ਜਦੋਂ ਹਿਊਮਨ ਵਾਰ ਵਿੱਚ ਬਿਜ਼ਨਸ ਔਰ ਸਪੋਰਟਸ ਵਿੱਚ ਇੱਕ ਦੂਜੇ ਦੇ ਅਗੇਂਸਟ ਕੰਪੀਟ ਕਰਦੇ ਹਨ, ਮਤਲਬ ਇੱਕ ਦੂਜੇ ਦਾ ਮੁਕਾਬਲਾ ਕਰਦੇ ਆ, ਕੰਪੀਟੀਸ਼ਨ ਆਪਣੇ ਓਪੋਨੈਂਟ ਉੱਤੇ ਐਡਵਾਂਟੇਜ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਆ। ਮਤਲਬ ਜਿਹੜਾ ਇੱਕ ਦੂਜੇ ਨਾਲ ਕੰਪੀਟੀਟ ਕਰਦੇ ਆ ਉਹ ਦੂਜੇ 'ਤੇ ਬੜ੍ਹਤ ਹਾਸਲ ਕਰਨਾ ਚਾਹੁੰਦਾ। ਸਪੋਰਟਸ ਵਿੱਚ ਉਹ ਅਪਰ ਹੈਂਡ ਨੂੰ ਹਾਸਲ ਕਰਨ ਲਈ ਡਰੱਗਸ ਐਂਡ ਸਬਸਟਾਂਸ ਦੀ ਵਰਤੋਂ ਕਰਦੇ ਹਨ। ਹੁਣ ਡਰੱਗਸ ਤਾਂ ਤੁਹਾਨੂੰ ਪਤਾ ਹੀ ਹੈ, ਕੋਈ ਇਹੋ ਜਿਹੀ ਚੀਜ਼ ਲੈਣੀ ਜਿਹਦੇ ਨਾਲ ਆਪਣੀ ਪਰਫਾਰਮੈਂਸ ਵੱਧ ਜੇ। ਉਸ ਤੋਂ ਅੱਗੇ ਆ ਗਿਆ ਬੇਟਾ ਅੱਛਾ, ਡਰੱਗ ਲਾਈਫ ਸੇਵਿੰਗ ਦੇ ਨਾਲ ਨਾਲ ਲਾਈਫ ਨੂੰ ਖਤਰੇ ਵਿੱਚ ਪਾਉਂਦੀ ਹੈ। ਮਤਲਬ ਕਿ ਜੋ ਡਰੱਗ ਆਪਾਂ ਲਗਾਤਾਰ ਲੈਂਦੇ ਹਾਂ ਤਾਂ ਉਹਦੇ ਨਾਲ ਆਪਾਂ ਨੂੰ ਡਿਸਐਡਵਾਂਟੇਜ ਹੁੰਦੇ। ਐਥਲੀਟ ਏਸ਼ੀਅਨ ਟਾਈਮ ਤੋਂ ਪਰਫਾਰਮੈਂਸ ਵਧਾਉਣ ਵਾਲੇ ਸਬਸਟਾਂਸ ਦੀ ਵਰਤੋਂ ਕਰਦਾ ਆ ਰਿਹਾ ਹੈ। ਮਤਲਬ ਇਹ ਅੱਜ ਤੋਂ ਨਹੀਂ ਚੱਲਦਾ ਪਿਆ, ਇਹ ਪਹਿਲਾਂ ਤੋਂ ਚੱਲਦਾ ਪਿਆ, ਸ਼ੁਰੂ ਤੋਂ। ਅਜਿਹੇ ਸਬਸਟਾਂਸ ਜਾਂ ਡਰੱਗਸ ਦੀ ਵਰਤੋਂ ਡੋਪਿੰਗ ਵਜੋਂ ਜਾਣਿਆ ਜਾਂਦਾ। ਸਪੋਰਟਸ ਵਿੱਚ ਅਜਿਹੇ ਟਰਮ ਨੂੰ ਚੀਟਿੰਗ ਕਿਹਾ ਜਾਂਦਾ ਹੈ, ਅਤੇ ਸਪੋਰਟਸ ਵਿੱਚ ਡੋਪਿੰਗ ਨੂੰ ਆਲ ਓਵਰ ਵਰਲਡ ਵਿੱਚ ਇਹਦੀ ਮਨਾਹੀ ਹੈ। ਐਂਟੀ ਡੋਪਿੰਗ ਅਥਾਰਟੀ ਵੱਲੋਂ ਦੱਸਿਆ ਜਾਂਦਾ ਹੈ ਕਿ ਪਰਫਾਰਮੈਂਸ ਵਧਾਉਣ ਵਾਲੀਆਂ ਡਰੱਗਸ ਦੀ ਵਰਤੋਂ ਸਪਿਰਿਟ ਆਫ ਸਪੋਰਟਸ ਦੇ ਵਿਰੁੱਧ ਹੈ, ਇਸ ਕਰਕੇ ਇਹਦਾ ਯੂਜ਼ ਨਹੀਂ ਕੀਤਾ ਜਾਣਾ ਚਾਹੀਦਾ। 10.1 ਮੀਨਿੰਗ ਐਂਡ ਕੰਸੈਪਟ ਆਫ ਸਪੋਰਟਸ ਟ੍ਰੇਨਿੰਗ। ਇਹਦਾ ਪਹਿਲਾਂ ਹੈਗਾ ਮੀਨਿੰਗ ਆਫ ਸਪੋਰਟਸ ਟ੍ਰੇਨਿੰਗ, ਮਤਲਬ ਸਪੋਰਟਸ ਟ੍ਰੇਨਿੰਗ ਹੁੰਦੀ ਕੀ ਹੈ। ਵਰਡ ਟ੍ਰੇਨਿੰਗ ਦਾ ਅਰਥ ਹੈ ਪ੍ਰੈਕਟਿਸ ਔਰ ਥਿਓਰੈਟੀਕਲ ਨੌਲੇਜ ਦੇਣਾ, ਮਤਲਬ ਕਿ ਵਿਸਥਾਰ ਨਾਲ ਜਿਹਦੀ ਜਾਣਕਾਰੀ ਦੇਣਾ। ਪਰ ਫਿਜ਼ੀਕਲ ਐਜੂਕੇਸ਼ਨ ਇਹ ਵਰਡ ਦਾ ਡੀਪ ਅਰਥ ਹੈ। ਟ੍ਰੇਨਿੰਗ ਮੈਥਡ ਲੌਂਗ ਟਰਮ ਪ੍ਰੋਸੈਸ ਹਨ ਜੋ ਸਪੋਰਟਸ ਪਰਫਾਰਮੈਂਸ ਨੂੰ ਵਧਾਉਣ ਦੇ ਸਾਇੰਟੀਫਿਕ ਐਂਡ ਸਿਸਟੇਮੈਟਿਕ ਵੇ 'ਤੇ ਬੇਸਡ ਹਨ। ਸਿੰਪਲ ਵਰਡ ਵਿੱਚ ਅਸੀਂ ਕਹਿ ਸਕਦੇ ਹਾਂ, ਗੇਮ ਐਂਡ ਸਪੋਰਟਸ ਵਿੱਚ ਜਨਰਲ ਐਂਡ ਸਪੈਸੀਫਿਕ ਪਰਫਾਰਮੈਂਸ ਨੂੰ ਇੰਪਰੂਵ ਕਰਨ ਲਈ ਇਹ ਮੈਥਡ ਯੂਜ਼ ਕਰਦੇ ਹਨ। ਇਹ ਸਾਨੂੰ ਪਰਫਾਰਮੈਂਸ ਸੰਬੰਧੀ ਨੌਲੇਜ ਦਿੰਦਾ ਹੈ, ਅਤੇ ਇਹ ਸਾਨੂੰ ਡਿਫਰੈਂਟ ਵੇ ਨਾਲ ਅੱਗੇ ਕਿਵੇਂ ਇੰਪਰੂਵ ਕਰਨਾ ਹੈ ਇਹ ਗਾਈਡ ਕਰਦਾ ਹੈ। ਇਸ ਦੀ ਨੌਲੇਜ ਕੋਚਿਸ ਲਈ ਵਧੀਆ ਹੈ, ਅਤੇ ਨਾਲ ਹੀ ਇੱਕ ਪਲੇਅਰ ਲਈ ਇੰਪੋਰਟੈਂਟ ਹੈ। ਅਗਰ ਟ੍ਰੇਨਿੰਗ ਇੱਕ ਵਿਅਕਤੀ ਨੂੰ ਕਿਸੇ ਵੀ ਈਵੈਂਟ ਔਰ ਐਕਟੀਵਿਟੀ ਲਈ ਪ੍ਰਪੇਅਰ ਕਰਨ ਦਾ ਪ੍ਰੋਸੈਸ ਹੈ। ਸਪੋਰਟਸ ਟ੍ਰੇਨਿੰਗ ਇੱਕ ਐਥਲੀਟ ਔਰ ਪਲੇਅਰ ਦੀ ਫਿਜ਼ੀਕਲ ਐਕਸਰਸਾਈਜ਼ ਦੇ ਜ਼ਰੀਏ ਫਿਜ਼ੀਕਲ, ਟੈਕਨੀਕਲ, ਇੰਟਲੈਕਚੁਅਲ, ਫਿਜ਼ੀਓਲੋਜੀਕਲ ਐਂਡ ਮੋਰਲ ਪ੍ਰੈਪਰੇਸ਼ਨ ਕਰਦਾ ਹੈ। ਸਪੋਰਟਸ ਟ੍ਰੇਨਿੰਗ ਵਿੱਚ ਉਹ ਆਲ ਲਰਨਿੰਗ, ਇਨਫਲੂਐਂਸ ਐਂਡ ਪ੍ਰੋਸੈਸ ਸ਼ਾਮਲ ਹੁੰਦੇ ਹਨ ਜੋ ਸਪੋਰਟਸ ਪਰਫਾਰਮੈਂਸ ਨੂੰ ਇੰਪਰੂਵ ਕਰਨ ਦੇ ਏਮ ਨਾਲ ਹਨ। ਪਹਿਲਾਂ ਆ ਗਿਆ ਜੀ ਅਕੋਰਡਿੰਗ ਟੂ ਮੈਥਿਊ, ਇਹਦੀ ਜਿਹੜੀ ਡੈਫੀਨੇਸ਼ਨ ਆ, ਸਪੋਰਟਸ ਟ੍ਰੇਨਿੰਗ ਇੱਕ ਸਪੋਰਟਸਮੈਨ ਦੀ ਪ੍ਰੈਪਰੇਸ਼ਨ ਦੀ ਬੇਸਿਕ ਫਾਰਮ ਹੈ। ਸੈਕਿੰਡ ਹੈਗਾ ਜੀ ਅਕੋਰਡਿੰਗ ਟੂ ਮਾਰਟਿਨ, ਇਹ ਗੋਲ ਨੂੰ ਅਚੀਵ ਕਰਨ ਦੀ ਪਲੈਨਿੰਗ ਐਂਡ ਕੰਟਰੋਲਿੰਗ ਪ੍ਰੋਸੈਸ ਹੈ, ਜਿਸ ਵਿੱਚ ਮੋਟਰ ਪਰਫਾਰਮੈਂਸ ਐਂਡ ਬਿਹੇਵੀਅਰ ਦੀਆਂ ਚੇਂਜਿਸ ਕੰਟੈਂਟ, ਮੈਥਡ ਅਤੇ ਆਰਗੇਨਾਈਜੇਸ਼ਨ ਦੇ ਮੇਅਰ ਦੁਆਰਾ ਕੀਤੀਆਂ ਜਾਂਦੀਆਂ ਹਨ। ਅੱਗੇ ਆ ਗਿਆ ਜੀ ਕੰਸੈਪਟ ਆਫ ਸਪੋਰਟਸ ਟ੍ਰੇਨਿੰਗ, ਮਤਲਬ ਕਿ ਇਹਦਾ ਕੰਸੈਪਟ ਕੀ ਹੈ। ਟ੍ਰੇਨਿੰਗ ਮੈਥਡ ਵਿੱਚ ਟ੍ਰੇਨਿੰਗ ਦੇ ਅੰਤਰ ਹੁੰਦੇ ਹਨ ਜੋ ਟ੍ਰੇਨਿੰਗ ਸੈਸ਼ਨ ਵਿੱਚ ਵੰਡਿਆ ਜਾਂਦਾ ਹੈ, ਅਤੇ ਟ੍ਰੇਨਿੰਗ ਸੈਸ਼ਨ ਅੱਗੇ ਟ੍ਰੇਨਿੰਗ ਸ਼ੈਡਿਊਲ ਵਿੱਚ ਡਿਵਾਈਡ ਹੁੰਦਾ ਹੈ। ਪਹਿਲਾਂ ਟ੍ਰੇਨਿੰਗ ਮੈਥਡ ਜਿਹੜਾ ਸੈਸ਼ਨ 'ਚ ਚੇਂਜ ਹੁੰਦਾ, ਟ੍ਰੇਨਿੰਗ 'ਚ ਸੈਸ਼ਨ ਜਿਹੜਾ ਜਾ ਕੇ ਅੱਗੇ ਟ੍ਰੇਨਿੰਗ ਸ਼ੈਡਿਊਲ ਦੇ ਵਿੱਚ ਡਿਵਾਈਡ ਹੋ ਜਾਂਦਾ।
ਟ੍ਰੇਨਿੰਗ ਪੀਰੀਅਡ ਵਿੱਚ ਵਰਕਆਊਟ ਨੂੰ ਸੈਸ਼ਨ ਵਿੱਚ ਕੀਤਾ ਜਾਂਦਾ ਹੈ ਜੋ ਵੇਰੀਅਸ ਸ਼ਡਿਊਲ ਤੋਂ ਬਣੇ ਹੁੰਦੇ ਹਨ। ਟ੍ਰੇਨਿੰਗ ਦੇ 3 ਪਾਰਟ ਹੁੰਦੇ ਆ। ਪਹਿਲਾ ਹੈਗਾ ਜੀ ਪ੍ਰੈਪਰੇਟਰੀ ਪੀਰੀਅਡ, ਦੂਸਰਾ ਹੈਗਾ ਜੀ ਕੰਪੀਟੀਸ਼ਨ ਪੀਰੀਅਡ, ਥਰਡ ਹੈਗਾ ਜੀ ਟ੍ਰਾਂਜ਼ੀਸ਼ਨਲ ਪੀਰੀਅਡ। ਪਹਿਲਾ ਜੀ ਪ੍ਰੈਪਰੇਟਰੀ ਪੀਰੀਅਡ। ਇਸ ਪੀਰੀਅਡ ਵਿੱਚ ਪਲੇਅਰ ਕੰਪੀਟੀਸ਼ਨ ਲਈ ਫਿਜ਼ੀਕਲ ਫਿਟਨੈਸ ਅਤੇ ਸਕਿੱਲਸ ਦੀ ਐਫੀਸ਼ੀਐਂਟਲੀ ਪ੍ਰਾਪਤ ਕਰਦਾ ਹੈ। ਇਸ ਦੀ ਪ੍ਰੈਕਟਿਸ 3 ਫੇਜ਼ ਵਿੱਚ ਕੀਤੀ ਜਾਂਦੀ ਹੈ। ਪਹਿਲਾ ਫੇਜ਼ ਟ੍ਰੇਨਿੰਗ ਦੇ ਇਸ ਫੇਜ਼ ਵਿੱਚ ਪਲੇਅਰ ਬੇਸਿਕ ਸਕਿੱਲਸ ਦੇ ਨਾਲ ਨਾਲ ਸਟਰੈਂਥ ਐਂਡ ਐਂਡਿਓਰੈਂਸ ਵਰਗੀਆਂ ਫਿਜ਼ੀਕਲ ਫਿਟਨੈਸ ਨਾਲ ਜੁੜੀਆਂ ਜਨਰਲ ਐਬਿਲਿਟੀਜ਼ ਨੂੰ ਡਿਵੈਲਪ ਕਰਦਾ ਹੈ। ਇਹਦੇ ਵਿੱਚ ਕੀ ਹੁੰਦਾ, ਆਪਣਾ ਸਟਰੈਂਥ ਬਹੁਤ ਵੱਧਦੀ ਹੈ, ਇਹਦੇ ਨਾਲ ਆਪਣਾ ਐਂਡਿਓਰੈਂਸ ਵੱਧਦੀ ਹੈ। ਐਂਡਿਓਰੈਂਸ ਹੁੰਦਾ ਇੱਕ ਐਂਡਿਓਰੈਂਸ ਦੀ ਡੈਫੀਨੇਸ਼ਨ ਜਿਹੜੀ ਮੈਂ ਤੁਹਾਨੂੰ ਦੱਸਦਾ, ਕਿਸੇ ਕੰਮ ਨੂੰ ਲਗਾਤਾਰ ਬਿਨਾਂ ਥੱਕੇ ਕਰਨਾ, ਉਹਨੂੰ ਐਂਡਿਓਰੈਂਸ ਕਹਿੰਦੇ ਆ। ਇਹ ਲਗਭਗ 4 ਤੋਂ 6 ਮਹੀਨੇ ਦਾ ਪ੍ਰੋਸੈਸ ਆ। ਹੁਣ ਜਿਹੜਾ ਫੇਜ਼ 1 ਆ, ਇਹ 4 ਤੋਂ 6 ਮਹੀਨੇ ਦਾ ਇਹਦਾ ਸ਼ਡਿਊਲ ਆ, ਇਹ ਚੱਲਦਾ ਲਗਾਤਾਰ ਹੈ। ਫੇਜ਼ 2 ਆ ਗਿਆ ਜੀ। ਟ੍ਰੇਨਿੰਗ ਦੇ ਇਸ ਫੇਜ਼ ਵਿੱਚ ਪਲੇਅਰ ਦੀ ਸਪੈਸੀਫਿਕ ਫਿਜ਼ੀਕਲ ਫਿਟਨੈਸ ਐਬਿਲਿਟੀ ਲਾਈਕ ਸਪੀਡ, ਫਲੈਕਸੀਬਿਲਿਟੀ ਐਂਡ ਕੋਆਰਡੀਨੇਸ਼ਨ ਨੂੰ ਡਿਵੈਲਪ ਕਰਦਾ ਹੈ। ਹੁਣ ਉਹਦੇ ਵਿੱਚ ਸੀਗੀ ਸਟਰੈਂਥ ਐਂਡਿਓਰੈਂਸ, ਇਹ 'ਚ ਸਪੀਡ, ਫਲੈਕਸੀਬਿਲਿਟੀ ਅਤੇ ਕੋਆਰਡੀਨੇਸ਼ਨ। ਪਲੇਅਰ ਐਡਵਾਂਸ ਸਕਿੱਲਸ ਐਂਡ ਟੈਕਨੀਕ ਤੋਂ ਮਾਸਟਰੀ ਸਿੱਖਦਾ ਹੈ। ਇਹ ਲਗਭਗ 2 ਮੰਥ ਦੀ ਪ੍ਰੈਕਟਿਸ ਲਈ ਕੀਤਾ ਜਾਂਦਾ। ਇਹ 2 ਮਹੀਨੇ ਦਾ ਮਤਲਬ ਕਿ ਇਹਦਾ ਟਾਈਮ ਪੀਰੀਅਡ ਹੁੰਦਾ ਫੇਜ਼ 2 ਦਾ। ਨੈਕਸਟ ਹੈ ਜੀ ਫੇਜ਼ 3। ਟ੍ਰੇਨਿੰਗ ਦੇ ਇਸ ਫੇਜ਼ ਵਿੱਚ ਪਲੇਅਰ ਟੈਕਟਿਕਸ ਐਂਡ ਸਟ੍ਰੈਟਜੀ ਡਿਵੈਲਪ ਕਰਦਾ। ਹੁਣ ਸਟ੍ਰੈਟਜੀ ਕੀ ਹੁੰਦੀਆਂ, ਆਪਾਂ ਕਿਵੇਂ ਦੀਆਂ ਸਟ੍ਰੈਟਜੀ ਬਣਾਵਾਂਗੇ ਵੀ ਆਪਾਂ ਆਪਣੇ ਕੰਪੋਨੈਂਟ ਨੂੰ ਹਰਾ ਸਕੀਏ, ਅਤੇ ਕੰਪੀਟੀਸ਼ਨ ਲਈ ਐਵਰੀ ਪਰਫੈਕਸ਼ਨ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਆ ਗਿਆ ਜੀ ਸੈਕਿੰਡ ਕੰਪੀਟੀਸ਼ਨ ਪੀਰੀਅਡ। ਇਸ ਪੀਰੀਅਡ ਵਿੱਚ ਪਲੇਅਰ ਕੰਪੀਟੀਸ਼ਨ ਵਿੱਚ ਪਾਰਟੀਸਪੇਟ ਕਰਦਾ ਹੈ ਅਤੇ ਕੰਪੀਟੀਸ਼ਨ ਵਿੱਚ ਟੌਪ ਪਰਫਾਰਮੈਂਸ ਨੂੰ ਅਚੀਵ ਕਰਨਾ ਚਾਹੁੰਦਾ ਹੈ। ਇਸ ਨੂੰ ਫੇਜ਼ ਵਿੱਚ ਡਿਵਾਈਡ ਕੀਤਾ ਜਾਂਦਾ ਹੈ 2 ਫੇਜ਼ ਵਿੱਚ। ਫਸਟ ਹੈਗਾ ਜੀ, ਇਸ ਫੇਜ਼ ਵਿੱਚ ਕੁਝ ਪ੍ਰੈਕਟਿਸ ਮੈਥਡਸ ਖੇਡੇ ਜਾਂਦੇ ਹਨ ਜਿੱਥੇ ਮਿਸਟੇਕਸ ਨੂੰ ਕਰੈਕਟ ਕੀਤਾ ਜਾਂਦਾ ਹੈ। ਮਤਲਬ ਕਿ ਇਹ ਜਿਹੜਾ ਫੇਜ਼ ਆ, ਇੱਥੇ ਜਿਹੜੀ ਪ੍ਰੈਕਟਿਸ ਚੱਲਦੀ ਹੈ, ਜਿਹੜੀ ਆਪਣੀਆਂ ਗਲਤੀਆਂ ਉਹਨਾਂ ਨੂੰ ਸੁਧਾਰਿਆ ਜਾਂਦਾ। ਸੈਕਿੰਡ ਫੇਜ਼ ਹੈਗਾ ਜੀ, ਇਸ ਫੇਜ਼ ਵਿੱਚ ਐਕਚੁਅਲ ਮੈਚਿਸ ਖੇਡੇ ਜਾਂਦੇ ਆ ਜਿੱਥੇ ਮੋਟੀਵੇਸ਼ਨ ਅਤੇ ਫੀਡਬੈਕ ਹੁੰਦੀ ਹੈ। ਪਲੇਅਰ ਪੀਕ ਪਰਫਾਰਮੈਂਸ ਪ੍ਰੋਵਾਈਡ ਕਰਾਉਂਦੇ। ਹੁਣ ਫੇਜ਼ 2 ਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਐਕਚੁਅਲ ਮੈਚ ਵੀ ਸਹੀ ਮੈਚ ਖਿਡਾਏ ਜਾਂਦੇ। ਇਹਦੇ ਵਿੱਚ ਇੱਕ ਤਾਂ ਉਹਦੇ ਪ੍ਰੈਕਟਿਸ ਸੈਸ਼ਨ, ਇਹਦੇ ਵਿੱਚ ਸਹੀ ਮੈਚ ਆ ਜਾਂਦੇ ਆ, ਇਹਦੇ ਵਿੱਚ ਮੋਟੀਵੇਸ਼ਨ ਅਤੇ ਫੀਡਬੈਕ ਜਾਂਦਾ। ਥਰਡ ਹੈਗਾ ਜੀ ਟ੍ਰਾਂਜ਼ੀਸ਼ਨਲ ਪੀਰੀਅਡ। ਕੰਪੀਟੀਸ਼ਨ ਦੇ ਬਾਅਦ ਇੱਕ ਰਿਲੈਕਸਿੰਗ ਪੀਰੀਅਡ ਹੈ। ਇਸ ਪੀਰੀਅਡ ਵਿੱਚ ਪਲੇਅਰ ਕੰਪੀਟੀਸ਼ਨ ਦੇ ਸਟ੍ਰੈਸ ਤੋਂ ਰਿਕਵਰ ਕਰਦਾ ਹੈ। ਮਤਲਬ ਕਿ ਜਦੋਂ ਮੈਚ ਖੇਡ ਕੇ ਆਇਆ ਜਾਂ ਕੋਈ ਕੰਪੀਟੀਸ਼ਨ ਲੜਿਆ ਕਿਸੇ ਨੇ, ਤਾਂ ਉਹਦੇ 'ਚ ਸਟ੍ਰੈਸ ਬਹੁਤ ਹੁੰਦਾ ਪਲੇਅਰ, ਇਹ ਰਿਕਵਰੀ ਟਾਈਮ ਹੁੰਦਾ ਵਾ, ਅਤੇ ਅਗਲੇ ਕੰਪੀਟੀਸ਼ਨ ਲਈ ਫਿਜ਼ੀਕਲ ਐਬਿਲਿਟੀ ਨੂੰ ਮੇਨਟੇਨ ਰੱਖਦਾ। ਰੀਕ੍ਰੀਏਸ਼ਨਲ ਐਕਟੀਵਿਟੀ ਬਾਅਦ ਵਿੱਚ ਕੀਤੀਆਂ ਜਾਂਦੀਆਂ ਹਨ। 10.2 ਪ੍ਰਿੰਸੀਪਲ ਆਫ ਸਪੋਰਟਸ ਟ੍ਰੇਨਿੰਗ। ਪ੍ਰਿੰਸੀਪਲ ਬਣਾਉਣਾ ਹਿਊਮਨ ਨੇਚਰ ਹੈ। ਇਹ ਹਿਊਮਨ ਨੂੰ ਆਪਣੇ ਗੋਲਸ ਨੂੰ ਅਚੀਵ ਕਰਨ ਲਈ ਐਕਟੀਵਿਟੀ ਨੂੰ ਰੈਗੂਲੇਟ ਕਰਨ ਵਿੱਚ ਹੈਲਪ ਕਰਨ ਦੇ ਇੰਪੋਰਟੈਂਟ ਫੰਕਸ਼ਨ ਦੇ ਰੂਪ ਵਿੱਚ ਕੰਮ ਕਰਦੇ ਹਨ। ਸਪੋਰਟਸ ਟ੍ਰੇਨਿੰਗ ਦੇ ਪ੍ਰਿੰਸੀਪਲ ਫਾਰਮੂਲੇਸ਼ਨ, ਇੰਪਲੀਮੈਂਟੇਸ਼ਨ ਐਂਡ ਰੈਗੂਲੇਸ਼ਨ ਲਈ ਗਾਈਡਲਾਈਨਸ ਹਨ। ਫਸਟ ਹੈਗਾ ਜੀ ਪ੍ਰਿੰਸੀਪਲ ਆਫ ਸਪੈਸੀਫਿਕਸਿਟੀ। ਇਸ ਪ੍ਰਿੰਸੀਪਲ ਦੇ ਅਨੁਸਾਰ ਬਾਡੀ ਦੇ ਕਿਸੇ ਪਾਰਟ ਔਰ ਕੰਪੋਨੈਂਟ ਦੀ ਐਕਸਰਸਾਈਜ਼ ਕਰਨ ਵਿੱਚ ਉਹ ਪਾਰਟ ਡਿਵੈਲਪ ਹੁੰਦਾ ਹੈ। ਹਰ ਸਪੋਰਟਸ ਦੀ ਆਪਣੀ ਜ਼ਰੂਰਤ ਹੁੰਦੀ ਹੈ। ਟਾਈਪ ਆਫ ਟ੍ਰੇਨਿੰਗ ਵਿਸ਼ੇਸ਼ ਸਪੋਰਟਸ ਦੀਆਂ ਸਪੈਸੀਫਿਕ ਰਿਕੁਆਇਰਮੈਂਟ 'ਤੇ ਬੇਸਡ ਹੋਣੀ ਚਾਹੀਦੀ ਹੈ ਜਿਸ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਫੋਰ ਐਗਜ਼ਾਮਪਲ, ਇੱਕ ਲੌਂਗ ਡਿਸਟੈਂਸ ਰਨਰ ਨੂੰ ਐਂਡਿਓਰੈਂਸ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਦੋਂ ਕਿ ਜਿਮਨਾਸਟ ਨੂੰ ਫਲੈਕਸੀਬਿਲਿਟੀ। ਹੁਣ ਜਦੋਂ ਕੋਈ ਲੰਬੀ ਦੌੜ ਆ ਜਿਹੜੀ 5000 ਮੀਟਰ, 10000 ਮੀਟਰ, 3000 ਮੀਟਰ ਭੱਜਦਾ, ਉਹਦੀ ਆਪਾਂ ਐਂਡਿਓਰੈਂਸ ਹੀ ਵਧਾਵਾਂਗੇ ਵੀ ਲਗਾਤਾਰ ਉਹ ਭੱਜੇ ਅਤੇ ਥੱਕੇ ਨਾ। ਹੁਣ ਜਿਮਨਾਸਟ ਦੀ ਆਪਾਂ ਫਲੈਕਸੀਬਿਲਿਟੀ ਬਣਾਵਾਂਗੇ, ਉਹਨੇ ਆਪਦੇ ਸਰੀਰ ਨੂੰ ਮੋੜਨਾ ਹੁੰਦਾ। ਸੈਕਿੰਡ ਹੈਗਾ ਜੀ ਪ੍ਰਿੰਸੀਪਲ ਆਫ ਪ੍ਰੋਗਰੈਸ਼ਨ। ਇਸ ਪ੍ਰਿੰਸੀਪਲ ਦੇ ਅਨੁਸਾਰ ਐਕਸਰਸਾਈਜ਼ ਅਰੇਂਜ ਕੀਤੀ ਜਾਣੀ ਚਾਹੀਦੀ ਹੈ ਇੱਕ ਸਿਸਟੇਮੈਟਿਕ ਵੇ ਨਾਲ, ਭਾਵ ਸਿੰਪਲ ਟੂ ਕੰਪਲੈਕਸ। ਓਵਰਲੋਡ ਨੂੰ ਇਨਕਰੀਜ਼ ਨਹੀਂ ਕਰਨਾ ਚਾਹੀਦਾ ਤੇਜ਼ੀ ਨਾਲ। ਟ੍ਰੇਨਿੰਗ ਲੋਡ ਸਿਰਫ ਉਦੋਂ ਵਧਾਇਆ ਜਾਣਾ ਚਾਹੀਦਾ ਹੈ ਜਦੋਂ ਵਿਅਕਤੀ ਪਿਛਲੇ ਲੋਡ ਨੂੰ ਅਡਾਪਟ ਕਰ ਲਵੇ, ਨਹੀਂ ਤਾਂ ਇਸ ਦੇ ਰਿਜ਼ਲਟ ਵਜੋਂ ਇੰਜਰੀ ਹੋ ਸਕਦੀ ਹੈ। ਮਤਲਬ ਕਿ ਜ਼ਿਆਦਾ ਸਟਰੈਸ ਨਹੀਂ ਪਾਉਣਾ ਚਾਹੀਦਾ, ਓਵਰਲੋਡ ਨਹੀਂ ਹੋਣਾ ਚਾਹੀਦਾ ਕੰਮ। ਜੇ ਬੰਦਾ ਚੰਗੀ ਤਰ੍ਹਾਂ ਡਿਵੈਲਪ ਕਰ ਗਿਆ, ਪਿਛਲਾ ਕੰਮ ਸਹੀ ਕਰਦਾ,
ਅਡਾਪਟ ਕਰ ਗਿਆ ਸਹੀ ਤਰੀਕੇ ਨਾਲ, ਫਿਰ ਅੱਗੇ ਵਧਾ ਲਓ।